ਆਪਾਂ ਗੱਲ ਕਰ ਰਹੇ ਸੀਗੇ ਕਾਰਬੋਹਾਈਡਰੇਟਸ ਦੇ ਰਿਗਾਰਡਿੰਗ। ਸੋ ਕਾਰਬੋਹਾਈਡਰੇਟਸ ਮੀਨਸ ਜੋ ਆਪਾਂ ਇੱਕ ਸਿੰਪਲ ਲੈਂਗੁਏਜ ਦੇ ਵਿੱਚ ਪੜ੍ਹਦੇ ਆ ਰਹੇ ਹਾਂ, ਦੈਟ ਆਰ ਬੇਸਿਕਲੀ ਨੋਨ ਐਜ਼ ਦੀ ਹਾਈਡਰੇਟਸ ਆਫ ਕਾਰਬਨ। ਇਹਨਾਂ ਨੂੰ ਆਪਾਂ ਹਾਈਡਰੇਟਸ ਆਫ ਕਾਰਬਨ ਕਹਿੰਦੇ ਹਾਂ, ਜਾਂ ਸਿੰਪਲੀ ਜਿਹਨਾਂ ਨੂੰ ਤੁਸੀਂ ਕਹਿੰਦੇ ਸ਼ੂਗਰਸ। ਠੀਕ ਹੈ, ਇਹੀ ਆਪਾਂ ਟਰਮਸ ਯੂਜ਼ ਕਰਦੇ ਹਾਂ। ਸ਼ੂਗਰਸ ਹੋ ਗਏ, ਹਾਈਡਰੇਟਸ ਆਫ ਕਾਰਬਨ ਹੋ ਗਏ, ਜਾਂ ਕਹਿ ਲਓ ਕਿ ਸੈਕਰਾਈਡਸ ਵੀ ਆਪਾਂ ਟਰਮ ਯੂਜ਼ ਕਰਦੇ ਹਾਂ, ਦੈਟ ਇਜ਼ ਟੋਟਲੀ ਮੈਂਟ ਫॉर द ਸ਼ੂਗਰਸ। ਠੀਕ ਹੈ, ਸੋ ਇਹ ਆਪਾਂ ਟਰਮਸ ਜਿਹੜੀਆਂ ਕਾਰਬੋਹਾਈਡਰੇਟਸ ਲਈ ਆਪਾਂ ਯੂਜ਼ ਕਰਦੇ ਹਾਂ। ਕਾਰਬੋਹਾਈਡਰੇਟਸ ਮੀਨਸ ਹਾਈਡਰੇਟਸ ਆਫ ਕਾਰਬਨ, ਦੈਟ ਮੀਨਸ ਦੇ ਆਰ ਇਨਕਲੂਡਿੰਗ ਦ ਕਾਰਬਨ, ਹਾਈਡਰੋਜਨ ਐਜ਼ ਵੈਲ ਐਜ਼ ਆਕਸੀਜਨ। ਇਹ ਤਿੰਨ ਮੇਨ ਕੰਪੋਨੈਂਟਸ ਜਿਹੜੇ ਨੇਗੇ। ਪਹਿਲੀ ਜਿਹੜੀ ਹੁੰਦੀ, ਜਿਹੜੀ ਕਹਿ ਲਓ ਕਿ ਆਪਾਂ ਕਹਿ ਲਈਏ ਕਿ ਓਲਡ ਜਿਹੜੀ ਡੈਫੀਨੇਸ਼ਨ ਸੀਗੀਆਂ, ਜਾਂ ਆਪਾਂ ਕਹਿ ਲਈਏ ਜਿਹੜੀ ਆਹ ਟਰਮ ਆ ਹਾਈਡਰੇਟਸ ਆਫ ਕਾਰਬਨ, ਸੋ ਉਸਦੇ ਅਕੋਰਡਿੰਗਲੀ ਅਗਰ ਦੇਖਿਆ ਜਾਵੇ ਤਾਂ ਕਾਰਬੋਹਾਈਡਰੇਟਸ ਮੀਨਸ ਹਾਈਡਰੇਟਸ ਆਫ ਕਾਰਬਨ ਮੀਨਸ they are consisting of carbon content, containing of hydrogen content as well as oxygen content only। ਠੀਕ ਹੈ, ਕਿ ਪਹਿਲੀ ਜਿਹੜੀ ਡੈਫੀਨੇਸ਼ਨ ਦੇ ਅਕੋਰਡਿੰਗਲੀ ਇਹਨਾਂ ਤਿੰਨਾਂ ਚੀਜ਼ਾਂ ਬਾਰੇ ਹੀ ਦੱਸਿਆ ਗਿਆ ਸੀਗਾ ਕਿ ਦੈਟ ਆਰ ਮੈਂਟ ਫॉर ਕਾਰਬਨ, ਹਾਈਡਰੋਜਨ ਐਸ ਵੈਲ ਐਸ ਆਕਸੀਜਨ। ਠੀਕ ਹੈ, ਔਰ ਜਿਹੜਾ ਜਨਰਲ ਫਾਰਮੂਲਾ ਵਾ ਦੈਟ ਇਜ਼ CH2O ਹੋਲ ਬ੍ਰੈਕਟ N। ਠੀਕ ਹੈ, ਜਾਂ ਸਿੰਪਲੀ ਤੁਸੀਂ ਲਿਖ ਸਕਦੇ ਹੋ CnH2nOn। ਇਹ ਆਪਾਂ ਬੇਸਿਕਲੀ ਫਾਰਮੂਲਾ ਆਪਾਂ ਯੂਜ਼ ਕਰਦੇ ਸੀਗੇ ਪਹਿਲਾਂ ਵਾਲੇ, ਕਹਿ ਲਏ ਕਿ ਜਿਹੜੇ ਪਹਿਲਾਂ ਵਾਲੇ ਕਾਰਬੋਹਾਈਡਰੇਟਸ ਦੀ ਪਹਿਲੀ ਵਾਲੀ ਜਿਹੜੀ ਡੈਫੀਨੇਸ਼ਨ ਹੈ, ਜਿਹਨੂੰ ਆਪਾਂ ਕਹਿੰਦੇ ਹਾਈਡਰੇਟਸ ਆਫ ਕਾਰਬਨ। ਸੋ ਉਸਦੇ ਅਕੋਰਡਿੰਗਲੀ ਉਹ ਜਰਨਲ ਜਿਹੜਾ ਫਾਰਮੂਲਾ ਵਾ ਦੈਟ ਇਜ਼ ਮੈਂਟ ਫॉर द ਕਾਰਬੋਹਾਈਡਰੇਟਸ ਦੈਟ ਇਜ਼ CnH2nOn। ਇਹ ਇੱਕ ਬੇਸਿਕ ਫਾਰਮੂਲਾ ਤੋਂ ਕਹਿ ਲਓ ਕਿ ਕਾਰਬੋਹਾਈਡਰੇਟਸ ਦੀ ਪਹਿਚਾਣ ਹੁੰਦੀ ਸੀ ਕਿ ਇਹ ਵਾਲੇ ਅਗਰ ਫਾਰਮੂਲਾ ਨੂੰ ਅਪਲਾਈ ਕਰਦੇ ਨੇਗੇ ਕੋਈ ਵੀ ਮੋਲੀਕਿਊਲਸ ਨੇਗੇ, ਸੋ ਦੇ ਆਰ ਬੇਸਿਕਲੀ ਅ ਕੈਟਾਗਰੀ ਆਫ ਦ ਕਾਰਬੋਹਾਈਡਰੇਟਸ। ਠੀਕ ਹੈ, ਲਾਈਕ ਜਿਵੇਂ ਆਪਾਂ ਗੱਲ ਕਰਦੇ ਹਾਂ ਗਲੂਕੋਜ਼ ਦੀ ਹੈ ਨਾ, ਗਲੂਕੋਜ਼ ਦੇ ਵਿੱਚ ਜਿਹੜਾ ਕਾਰਬਨ ਨੰਬਰ ਕਿੰਨਾ ਹੁੰਦਾ ਵਾ ਦੈਟ ਇਜ਼ 6 ਐਂਡ ਦੇ ਆਰ ਹੈਵਿੰਗ ਅ ਫਾਰਮੂਲਾ C6H12O6। ਠੀਕ ਹੈ, ਆਬਵੀਅਸ ਹੈ ਕਿ ਇਸ ਫਾਰਮੂਲਾ ਨੂੰ ਉਹ ਅਪਲਾਈ ਕਰ ਰਹੇ ਨੇਗੇ। ਗਲੂਕੋਜ਼ ਹੋ ਗਿਆ, ਫਰਕਟੋਜ਼ ਹੋ ਗਿਆ, ਕਹਿ ਲਓ ਕਿ ਅਰੈਬਿਨੋਜ਼ ਹੋ ਗਿਆ, ਠੀਕ ਹੈ ਨਾ, ਗਲਿਸਟੈਲਡੀਹਾਈਡ ਹੋ ਗਿਆ, ਠੀਕ ਹੈ, ਡਾਹਾਈਡਰੋਕਸੀ ਐਸੀਟੋਨ ਹੋ ਗਿਆ। So means they are a basic part of the carbohydrates as they are following this particular formula। ਠੀਕ ਹੈ, ਬਟ ਕਹਿ ਲਓ ਕਿ ਕੁਝ ਜਿਹੜੀਆਂ ਨੇ ਅਜ਼ੰਪਸ਼ਨਸ ਵੀ ਨੇਗੀਆਂ, ਜਾਂ ਕਹਿ ਲਓ ਕਿ ਇੱਕ ਡਿਫਰੈਂਟ ਕ੍ਰਾਈਟੀਰੀਆ ਵੀ ਹੈ ਕਾਰਬੋਹਾਈਡਰੇਟਸ ਦਾ। ਲਾਈਕ ਜਿਵੇਂ ਹੁਣ ਤੁਹਾਨੂੰ ਇੱਥੇ ਤਿੰਨ ਐਗਜ਼ਾਮਪਲਸ ਬੇਸਿਕਲੀ ਦੇਖਣ ਨੂੰ ਮਿਲ ਰਹੀਆਂ ਨੇ। ਵਨ ਇਜ਼ ਆਫ ਡੀਆਕਸੀ ਰਾਈਬੋਜ਼, ਸੈਕੰਡ ਇਜ਼ ਆਫ ਰੈਹਾਮਨੋਜ਼ ਐਂਡ ਥਰਡ ਇਜ਼ ਆਫ ਗਲੂਕੋਜ਼ ਅਮਾਈਨ। ਅਗਰ ਤੁਸੀਂ ਇਹਨਾਂ ਦੇ ਵਿੱਚ ਧਿਆਨ ਨਾਲ ਦੇਖੋਗੇ, ਜਿਹੜਾ ਡੀਆਕਸੀ ਰਾਈਬੋਜ਼ ਹੈ, ਦਿਸ ਵਨ ਡੀਆਕਸੀ ਰਾਈਬੋਜ਼ ਦੇ ਵਿੱਚ ਅਗਰ ਦੇਖਿਆ ਜਾਵੇ, ਇੱਥੇ N ਜਿਹੜਾ ਨੰਬਰ ਹੈ ਦੈਟ ਇਜ਼ ਇਕੁਅਲਸ ਟੂ 5। ਠੀਕ ਹੈ, ਹੋਣਾ ਕੀ ਚਾਹੀਦਾ ਸੀ C5H10O5, ਬਟ ਇੱਥੇ ਹੈ ਨਹੀਂ ਹੈ, ਇੱਕ ਆਕਸੀਜਨ ਦੀ ਕਮੀ ਹੈ। ਠੀਕ ਹੈ ਨਾ, ਬਟ ਸਟਿਲ ਇਟਸ ਅ ਪਾਰਟ ਆਫ ਅ ਕਾਰਬੋਹਾਈਡਰੇਟ। ਠੀਕ ਹੈ, ਸੇਮ ਅਗਰ ਆਪਾਂ ਗੱਲ ਕਰਦੇ ਹਾਂ ਰੈਹਾਮਨੋਜ਼ ਦੀ, ਰੈਹਾਮਨੋਜ਼ ਦੇ ਵਿੱਚ ਕਹਿ ਲਓ ਕਿ ਇੱਥੇ ਆਪਣੇ ਕੋਲ ਜਿਹੜਾ ਨੰਬਰ ਹੈ N ਜਿਹੜਾ ਨੰਬਰ ਹੈ ਦੈਟ ਇਜ਼ ਇਕੁਅਲ ਟੂ 6। ਹੋਣਾ ਕੀ ਚਾਹੀਦਾ ਸੀ C6H12O6, ਬਟ ਇੱਥੇ ਕੀ ਹੈ O5 ਹੈ। So that means they are not following this particular formula। ठीक है, but still they are a part of the carbohydrates। ਤਾਂ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਜਿਹੜੇ ਕਾਰਬੋਹਾਈਡਰੇਟ ਨੇ ਇਹ ਵਾਲਾ ਫਾਰਮੂਲਾ ਜਿਹੜਾ ਵਾ ਉਹਨਾਂ ਦੇ ਉੱਤੇ ਐਪਲੀਕੇਬਲ ਹੋਏਗਾ। So they are also different rare cases also which are basically acting as a carbohydrate, same just like in case of glucose amine। glucose amine ਦੇ ਵਿੱਚ totally difference ਹੈ। ਡਿਫਰੈਂਸ ਕਿਸ ਚੀਜ਼ ਦਾ ਵਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਹਾਈਡਰੇਟਸ ਆਫ ਕਾਰਬਨ, ਆਪਾਂ ਕਹਿ ਰਹੇ ਸੀਗੇ ਮੀਨਸ ਦੇ ਆਰ ਕੰਪੋਜ਼ਿੰਗ ਆਫ ਕਾਰਬਨ, ਹਾਈਡਰੋਜਨ ਐਂਡ ਆਕਸੀਜਨ। ਬਟ ਇੱਥੇ ਕੀ ਆ, ਹੁਣ ਨਾਈਟ੍ਰੋਜਨ ਵੀ ਨਾਲ ਇੱਥੇ ਆਪਣਾ ਰੋਲ ਪਲੇ ਕਰ ਰਿਹਾ ਵਾ। ਨਾਈਟ੍ਰੋਜਨ ਵੀ ਉਸਦਾ ਇੱਕ ਬੇਸਿਕ ਸਟਰਕਚਰ ਦਾ ਪਾਰਟ ਹੈ। ਠੀਕ ਹੈ, ਸੋ ਦੈਟਸ ਵਾਈ ਇਟ ਇਜ਼ ਆਲਸੋ ਬੇਸਿਕਲੀ ਅ ਕੈਟਾਗਰੀ ਆਫ ਦ ਕਾਰਬੋਹਾਈਡਰੇਟਸ। ਠੀਕ ਹੈ, ਸੋ ਜਿਸ ਦੇ ਅਕੋਰਡਿੰਗਲੀ ਕਾਰਬੋਹਾਈਡਰੇਟਸ ਦੀ ਡੈਫੀਨੇਸ਼ਨ ਨੂੰ ਚੇਂਜ ਔਨ ਕੀਤਾ ਗਿਆ ਤੇ ਉਹਨੂੰ ਕਿਹਾ ਗਿਆ ਕਿ ਦੇ ਆਰ ਬੇਸਿਕਲੀ ਨੋਨ ਐਜ਼ ਦੀ ਪੋਲੀਹਾਈਡਰੋਕਸੀ ਐਲਡੀਹਾਈਡਸ ਐਂਡ ਪੋਲੀਹਾਈਡਰੋਕਸੀ ਕੀਟੋਨਸ ਐਜ਼ ਵੈਲ ਐਜ਼ देयर ਡੈਰੀਵੇਟਿਵਸ। ਠੀਕ ਹੈ, ਸੋ ਜਿਹੜੀ ਅੱਜ ਕੱਲ੍ਹ ਆਪਣੀ ਨਿਊ ਜਿਹੜੀ ਰੀਸੈਂਟ ਡੈਫੀਨੇਸ਼ਨ ਜਿਹੜੀ ਕਾਰਬੋਹਾਈਡਰੇਟਸ ਦੀ ਬਣਦੀ ਹੈ that is known as the polyhydroxy aldehydes and ketones and their derivatives। ठीक है, not only the hydrates of carbon। ठीक है, ਅਗਰ ਆਪਾਂ ਦੇਖੀਏ ਕਿ ਇਹੀ ਵਾਲਾ ਜਿਹੜਾ ਫਾਰਮੂਲਾ ਵਾ ਜਰਨਲ, ਇਹ ਵਾਲਾ ਜਿਹੜਾ ਫਾਰਮੂਲਾ ਸੀਗਾ ਆਪਣੇ ਕੋਲ CnH2nOn ਵਾਲਾ, ਅਗਰ ਆਪਾਂ ਕਹਿ ਲਓ ਕਿ ਲਾਈਕ ਫਾਰਮੈਲਡੀਹਾਈਡ ਹੈ ਨਾ, ਫਾਰਮੈਲਡੀਹਾਈਡ ਦਾ ਨਾਰਮਲ ਸਟਰਕਚਰ ਕੀ ਹੁੰਦਾ ਵਾ, ਇਟ ਇਜ਼ ਹੈਵਿੰਗ ਅ HCHO। ਇਹੀ ਆਪਾਂ ਕਰਦੇ ਹਾਂ ਫਾਰਮੈਲਡੀਹਾਈਡ ਦਾ ਸਟਰਕਚਰ। ਕਲੀਅਰ,
ਸੋ ਫਾਰਮੈਲਡੀਹਾਈਡ ਦੇ ਸਟਰਕਚਰ ਦੇ ਵਿੱਚ ਕੀ ਆ, ਆਬਵੀਅਸ ਹੈ ਜਿਹੜਾ ਨੰਬਰ ਹੈ n ਨੰਬਰ ਕਿੰਨਾ ਵਾ ਆਪਣੇ ਕੋਲ 1 ਹੈ, ਸੋ C ਆਪਣੇ ਕੋਲ 1 ਹੈ, ਠੀਕ ਹੈ। H ਕਿੰਨੇ ਨੇ 2 ਨੇਗੇ, ਠੀਕ ਹੈ। ਐਂਡ ਆਕਸੀਜਨ ਕਿੰਨਾ ਵਾ ਇੱਥੇ 1 ਹੈ। ਫੋਲੋ ਰੂਲ ਨੂੰ ਇਹੀ ਕਰ ਰਿਹਾ ਕਿ ਜਿਹੜਾ ਜਨਰਲ ਫਾਰਮੂਲਾ ਵਾਲਾ ਰੂਲ ਹੈ ਉਹੀ ਫੋਲੋ ਕਰ ਰਿਹਾ, ਬਟ ਇਟ ਇਜ਼ ਨਾਟ ਅ ਪਾਰਟ ਆਫ ਅ ਕਾਰਬੋਹਾਈਡਰੇਟ। ਸੋ ਜ਼ਰੂਰੀ ਨਹੀਂ ਆ ਕਿ ਅਗਰ ਕੁਝ ਜਿਹੜੇ ਕੰਪਾਊਂਡਸ ਜਾਂ ਮੋਲੀਕਿਊਲਸ ਨੇਗੇ ਔਰ ਅਗਰ ਇਸ ਫਾਰਮੂਲਾ ਨੂੰ ਫੋਲੋ ਕਰ ਰਹੇ ਨੇਗੇ, that means they are not a part of the carbohydrates, ਠੀਕ ਹੈ। that is totally depend upon their composition as well as their functioning and plus how they will act as a like fuels for providing the energy, ਠੀਕ ਹੈ। ਸੋ ਇਹ ਚੀਜ਼ਾਂ ਦਾ ਧਿਆਨ ਰੱਖਣਾ ਤੁਸੀਂ, ਇਹ ਇਹਦਾ ਜਨਰਲ ਫਾਰਮੂਲਾ ਵਾ ਕਾਰਬੋਹਾਈਡਰੇਟਸ ਦਾ, ਵੈਸੇ ਇਹ ਸਾਰਿਆਂ ਦੇ ਉੱਤੇ ਐਪਲੀਕੇਬਲ ਨਹੀਂ ਹੈਗਾ। ਕਲੀਅਰ ਬੇਟਾ, ਆਵਾਜ਼ ਆਡੀਬਲ ਹੈ ਕਿ ਨਹੀਂ ਹੈ? ਓਕੇ, ਸਮਝ ਆ ਰਿਹਾ? ਕੁਛ ਚੀਜ਼ ਦੀ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ? ਓਕੇ ਜੀ, ਜੇ ਬੇਟਾ ਆਏ ਤਾਂ ਮੈਨੂੰ ਜ਼ਰੂਰ ਦੱਸ ਦੇਣਾ, ਠੀਕ ਹੈ, ਕਿਉਂਕਿ ਆਬਵੀਅਸ ਇੱਥੇ ਹੁਣਾ ਚੱਲ ਰਹੀ ਹੈ ਵੀਡੀਓ, ਤਾਂ ਮੈਨੂੰ ਇੰਨਾ ਪਤਾ ਨਹੀਂ ਲੱਗਣਾ ਹੈਗਾ। ਇੱਥੇ ਪੀਪੀਟੀ ਚੱਲਦੀ ਪਈ ਹੈ, ਪਿੱਛੇ ਵਾਲਾ ਕੁਛ ਨਹੀਂ ਪਤਾ ਲੱਗਣਾ ਹੈਗਾ। ਕਲੀਅਰ? ਸੋ ਇਹ ਤਾਂ ਸੀਗਾ ਰਾਜੇ ਜਨਰਲ ਇੱਕ ਕ੍ਰਾਈਟੇਰੀਆ ਕਿ ਕਿਸ ਤਰੀਕੇ ਨਾਲ ਆਪਾਂ ਕਾਰਬੋਹਾਈਡਰੇਟਸ ਨੂੰ ਆਇਡੈਂਟੀਫਾਈ ਕਰ ਸਕਦੇ ਹਾਂ, ਠੀਕ ਹੈ। ਸੋ ਕਾਰਬੋਹਾਈਡਰੇਟਸ ਆਬਵੀਅਸ ਹੈ ਤੁਸੀਂ ਡਿਫਰੈਂਟ ਕਹਿ ਲਓ ਕਿ ਇਹਨਾਂ ਦੀ ਟਾਈਪਸ ਪੜ੍ਹੀਆਂ ਹੀ ਨੇਗੀਆਂ। So we are having a different types of the carbohydrates. One are the monosaccharides. Mono means having a single unit, ठीक है। So single unit है, as well as they are having a simple sugars with multiple hydroxyl groups, जिन्हें ਦੇ ਵਿੱਚ multiple hydroxyl groups होंगे। ਜੇ ਅਗਰ ਤੁਸੀਂ ਸਿੰਪਲ ਗਲੂਕੋਜ਼ ਦੀ ਐਗਜ਼ਾਮਪਲ ਲਗਾ ਕੇ ਚੱਲਦੇ ਹੋ, ਹੈ ਨਾ, ਗਲੂਕੋਜ਼ ਦਾ ਤਾਂ ਸਭ ਨੂੰ ਸਟਰਕਚਰ ਪਤਾ ਹੀ ਹੈ ਕਿ ਉਸ ਦੇ ਵਿੱਚ ਕਿੰਨੇ ਨੰਬਰ ਆਫ ਹਾਈਡਰੋਕਸਿਲ ਗਰੁੱਪਸ ਆਉਂਦੇ ਨੇਗੇ। ਦੈਟ ਇਜ਼ ਸਟਾਰਟਿੰਗ ਫਰੋਮ ਦ ਟਿਪ ਪੋਰਸ਼ਨ, ਕਿ ਜਿਹੜੀ ਅਪਰ ਸਾਈਡ ਹੈ ਸੈਕਿੰਡ ਕਾਰਬਨ ਤੋਂ ਜੇ ਆਪਾਂ ਸ਼ੁਰੂ ਹੋ ਜਾਂਦੇ, ਸੈਕਿੰਡ ਕਾਰਬਨ ਤੋਂ ਲੈ ਕੇ ਅਪ ਟੂ ਦ 6 ਕਾਰਬਨ ਹਾਈਡਰੋਕਸਿਲ ਗਰੁੱਪ ਸਾਰਿਆਂ ਦੇ ਉੱਤੇ ਪ੍ਰੈਜ਼ੈਂਟ ਹੁੰਦਾ। ਕਲੀਅਰ? ਸੋ ਨੀਅਰ ਅਬਾਊਟ 5 ਹਾਈਡਰੋਕਸਿਲ ਗਰੁੱਪਸ ਜਿਹੜੇ ਨੇ ਉਸ ਦੇ ਉੱਤੇ ਪ੍ਰੈਜ਼ੈਂਟ ਹੋਣਗੇ। ਸੋ ਦੈਟ ਮੀਨਸ ਨੰਬਰ ਆਫ ਹਾਈਡਰੋਕਸਿਲ ਗਰੁੱਪ ਜਿਹੜੇ ਆ ਵੇਰੀ ਕਰ ਸਕਦੇ ਨੇਗੇ। ਐਂਡ ਜਿਹੜੇ ਮੋਨੋਸੈਕਰਾਈਡਸ ਨੇਗੇ ਦੇ ਆਰ ਸਟਾਰਟਿੰਗ ਫਰੋਮ ਦ ਕਾਰਬਨ ਨੰਬਰ 3 ਅਪ ਟੂ 7, ਲਾਈਕ ਇਨ ਦੈਟ ਵੇ, ਠੀਕ ਹੈ। ਸੋ ਜਿਸ ਦੇ ਬੇਸਿਸ ਉੱਤੇ ਇਹਨਾਂ ਦੇ ਨਾਮ ਰੱਖੇ ਗਏ ਨੇਗੇ, ਲਾਈਕ ਅਗਰ 3 ਹੈ ਕਾਰਬਨ ਨੰਬਰ, ਸੋ ਦੇ ਆਰ ਨੋਨ ਟੂ ਬੀ ਐਜ਼ ਟ੍ਰਾਈਓਜ਼। ਅਗਰ 4 ਹੈ ਦੈਨ ਦੇ ਆਰ ਨੋਨ ਐਜ਼ ਟੂ ਬੀ ਟੈਟਰੋਜ਼। ਅਗਰ 5 ਹੈ ਪੈਂਟੋਜ਼, 6 ਹੈ ਤਾਂ ਹੈਕਸੋਜ਼, ਅਗਰ 7 ਹੈ ਹੈਪਟੋਜ਼, ਲਾਈਕ ਇਨ ਦੈਟ ਵੇ, ਠੀਕ ਹੈ। ਐਂਡ ਡਾਈਸੈਕਰਾਈਡਸ ਆਬਵੀਅਸ ਹੈ ਕਿ ਜਿਸ ਦੇ ਵਿੱਚ ਦੋ ਮੋਨੋਸੈਕਰਾਈਡਸ ਯੂਨਿਟ ਜਿਹੜੇ ਹੈ ਆਪਸ ਦੇ ਵਿੱਚ ਕੋਵਲੈਂਟਲੀ ਲਿੰਕਡ ਹੋਣਗੀਆਂ। ਦੋ ਜਿਹੜੀਆਂ ਨੇਗੀਆਂ ਯੂਨਿਟਸ ਜਾਂ ਤਾਂ ਸੇਮ ਵੀ ਹੋ ਸਕਦੀਆਂ ਨੇ, ਲਾਈਕ ਜਿਵੇਂ ਆਪਾਂ ਗੱਲ ਕਰੀਏ ਗਲੂਕੋਜ਼ ਗਲੂਕੋਜ਼ ਦੇ ਨਾਲ ਵੀ ਲਿੰਕ ਹੋ ਸਕਦਾ ਹੈ, ਜਾਂ ਗਲੂਕੋਜ਼ ਫਰਕਟੋਜ਼ ਦੇ ਨਾਲ ਲਿੰਕ ਹੋ ਸਕਦਾ, ਲਾਈਕ ਇਨ ਦੈਟ ਵੇ। ਮੀਨਸ ਸੇਮ ਵੀ ਹੋ ਸਕਦੇ ਨੇ, ਡਿਫਰੈਂਟ ਵੀ ਹੋ ਸਕਦੇ ਨੇ, ਠੀਕ ਹੈ। ਐਂਡ ਦੇ ਆਰ ਲਿੰਕਡ ਬਾਈ ਮੀਨਸ ਆਫ ਗਲਾਈਕੋਸਿਡਿਕ ਲਿੰਕੇਜ। ਜਿਹੜੀ ਉਹਨਾਂ ਦੇ ਵਿੱਚ ਜਿਹੜੀ ਬੌਂਡ ਬਣੇਗੀ, ਕੋਵਲੈਂਟ ਬੌਂਡ ਜਿਹੜੀ ਬਣੇਗੀ, ਉਹਨੂੰ ਆਪਾਂ ਕਹਿੰਦੇ ਹਾਂ ਗਲਾਈਕੋਸਿਡਿਕ ਲਿੰਕੇਜ, ਦੈਟ ਇਜ਼ ਬੇਸਿਕਲੀ ਫਾਰਮਡ ਇਨ ਕੇਸ ਆਫ ਕਾਰਬੋਹਾਈਡਰੇਟਸ। ਕਲੀਅਰ? ਐਂਡ ਨੈਕਸਟ ਆਉਂਦਾ ਆਪਣੇ ਕੋਲ ਓਲੀਗੋਸੈਕਰਾਈਡਸ। ਹੁਣ ਡਾਈਸੈਕਰਾਈਡ ਦੀ ਆਪਾਂ ਗੱਲ ਕਰ ਲਈ, ਡਾਈਸੈਕਰਾਈਡ ਦੇ ਵਿੱਚ ਕੀ ਸੀਗਾ, ਦੋ ਆਪਣੇ ਕੋਲ ਮੋਨੋਸੈਕਰਾਈਡਸ ਆਪਸ ਦੇ ਵਿੱਚ ਲਿੰਕ ਕਰ ਰਹੇ ਸੀਗੇ। ਬਟ ਇਨ ਕੇਸ ਆਫ ਓਲੀਗੋਸੈਕਰਾਈਡ, ਓਲੀਗੋ ਦੇ ਵਿੱਚ ਕੀ ਹੈ, ਦੋ ਤੋਂ ਵੱਧ ਕੇ, ਲਾਈਕ 3 ਵੀ ਹੋ ਸਕਦੇ ਨੇ, 4 ਵੀ ਹੋ ਸਕਦੇ ਆ, 5 ਵੀ ਹੋ ਸਕਦੇ, 6 7 8 ਨੀਅਰ ਅਬਾਊਟ ਅਪ ਟੂ 10 ਕਹਿ ਲਓ ਕਿ ਮੋਨੋਸੈਕਰਾਈਡ ਜਿਹੜੀਆਂ ਯੂਨਿਟਸ ਨੇ ਆਪਸ ਦੇ ਵਿੱਚ ਲਿੰਕਡ ਅਪ ਹੋ ਕੇ ਕਹਿ ਲਓ ਕਿ ਓਲੀਗੋਸੈਕਰਾਈਡਸ ਦੀ ਫਾਰਮੇਸ਼ਨ ਕਰਦੇ ਆ ਬਾਈ ਮੀਨਸ ਆਫ ਗਲਾਈਕੋਸਿਡਿਕ ਲਿੰਕੇਜ। ਕਲੀਅਰ? ਐਂਡ ਲਾਸਟ ਟਾਈਪ ਆਉਂਦੀ ਹੈ ਤੁਹਾਡੇ ਕੋਲ ਪੋਲੀਸੈਕਰਾਈਡਸ। ਸੋ ਪੋਲੀ ਹੈ ਜੋ ਕਿ 10 ਤੋਂ ਵੱਧ ਕੇ ਜਿਹੜਾ ਨੰਬਰ ਆਵੇ, ਠੀਕ ਹੈ ਨਾ, ਦੈਟ ਇਜ਼ ਇਨ ਫਾਰਮ ਆਫ ਪੋਲੀਮਰ। ਪੋਲੀਮਰਾਈਜੇਸ਼ਨ ਵਾਲੀ ਜਿਹੜੀ ਕਹਿ ਲਓ ਕਿ ਲੁੱਕ ਦੇ ਵਿੱਚ ਉਹ ਪ੍ਰੈਜ਼ੈਂਟ ਹੋਣ, ਉਹ ਕਹਿ ਲਓ ਕਿ 10 ਜਿਹੜੇ ਮੋਨੋਸੈਕਰਾਈਡ ਯੂਨਿਟਸ ਤੋਂ ਵੱਧ ਕੇ ਕਹਿ ਲਓ ਕਿ ਇੱਕ ਦੂਸਰੇ ਨਾਲ ਲਿੰਕਡ ਅਪ ਹੋਏ ਹੋਣ, ਤਾਂ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਪੋਲੀਸੈਕਰਾਈਡਸ। ਕਲੀਅਰ? ਸੋ ਪੋਲੀਸੈਕਰਾਈਡਸ ਜਿਹੜੇ ਨੇਗੇ ਆਪਾਂ ਇਹਦੇ ਵਿੱਚ ਦੋ ਕੈਟੇਗਰੀ ਕਰਾਂਗੇ ਪੋਲੀ ਦੇ ਵਿੱਚ। ਵਨ ਇਜ਼ ਹੋਮੋ, ਇੱਕ ਆਉਂਦੀ ਹੈ ਹੋਮੋ ਪੋਲੀਸੈਕਰਾਈਡ, ਐਂਡ ਇੱਕ ਆਉਂਦੀ ਹੈ ਹੈਟਰੋ। ਆਈ ਹੋਪ ਨਾਮ ਤੋਂ ਹੀ ਬਹੁਤ ਕਲੀਅਰ ਹੈ। ਹੋਮੋ ਮੀਨਸ ਸੇਮ, ਹੈਟਰੋ ਮੀਨਸ ਡਿਫਰੈਂਟ। ਹੋਮੋ ਦੇ ਵਿੱਚ ਹੈ ਕਿ ਲਾਈਕ ਜਿਵੇਂ ਕਰਦੇ ਆਪਾਂ ਸੈਲੂਲੋਸ ਹੋ ਗਿਆ, ਸਟਾਰਚ ਹੋ ਗਿਆ, ਠੀਕ ਹੈ ਨਾ, ਉਸ ਦੇ ਵਿੱਚ ਹੋਮੋ ਮੀਨਸ ਹੈਵਿੰਗ ਦ ਸੇਮ ਮੋਨੋਸੈਕਰਾਈਡ ਯੂਨਿਟ। ਸੇਮ ਕਿਹੜੀ ਹੋਏਗੀ, ਦੈਟ ਇਜ਼ ਆਫ ਗਲੂਕੋਜ਼, ਠੀਕ ਹੈ ਨਾ। ਦੋਨਾਂ ਦੇ ਵਿੱਚ ਹੀ ਸਟਾਰਚ ਹੈ ਚਾਹੇ ਸੈਲੂਲੋਜ਼ ਹੈ, ਦੋਨਾਂ ਦੇ ਵਿੱਚ ਸੇਮ ਜਿਹੜੀ ਯੂਨਿਟ ਹੈ ਦੈਟ ਇਜ਼ ਆਫ ਗਲੂਕੋਜ਼। ਫਰਕ ਕਿੱਥੇ ਆ ਉਹ ਆਪਾਂ ਬਾਅਦ ਚ ਗੱਲ ਕਰਾਂਗੇ ਸਟਰਕਚਰ ਦੇ ਬਾਰੇ। ਉਹ ਸਟਰਕਚਰ ਦੇ ਵਿੱਚ ਥੋੜਾ ਡਿਫਰੈਂਸ ਹੈਗਾ ਇਹਨਾਂ ਦੀ, ਔਰ ਲਿੰਕੇਜ ਦੇ ਵਿੱਚ ਡਿਫਰੈਂਸ ਹੈ ਸਟਾਰਚ ਔਰ ਸੈਲੂਲੋਜ਼ ਦੀ। ਬਟ ਜਿਹੜੀ ਕਹਿ ਲਓ ਕਿ ਮੋਨੋਸੈਕਰਾਈਡ ਯੂਨਿਟ ਹੈ ਉਹ ਸੇਮ ਜੀ ਹੋਈ ਹੈ ਕਿ ਗਲੂਕੋਜ਼ ਦੇ ਨਾਲ ਹੀ ਇੱਕ ਦੂਸਰੇ ਨਾਲ ਲਿੰਕਡ ਅਪ ਹੋਏ ਹੋਏ ਨੇਗੇ, ਤੇ ਉਹ ਤੋਂ ਕਹਿ ਲਓ ਕਿ ਸਟਾਰਚ ਔਰ ਸੈਲੂਲੋਜ਼ ਦੀ ਫਾਰਮੇਸ਼ਨ ਹੁੰਦੀ ਹੈ। ਕਲੀਅਰ?
ਜੇ ਅਗਰ ਆਪਾਂ ਗੱਲ ਕਰਦੇ ਹੈਟਰੋਪੋਲੀਸੈਕਰਾइड्स ਦੀ, ਹੈਟਰੋਪੋਲੀਸੈਕਰਾइड्स ਕੀ ਨੇਗੇ, ਲਾਈਕ ਆਪਾਂ ਗੱਲ ਕਰਦੇ ਹਾਂ ਜਿਹੜੇ ਸਾਈਨੋਵੀਅਲ ਫਲੂਇਡਸ ਨੇ ਜਾਂ ਸੈਰੀਬਰੋ ਜੁਆਇੰਟਸ ਜਿਹੜੇ ਫਲੂਇਡਸ ਨੇਗੇ, ਠੀਕ ਹੈ ਨਾ, ਉਹਨਾਂ ਫਲੂਇਡਸ ਦੇ ਵਿੱਚ ਲਾਈਕ ਇਨ ਕੇਸ ਆਫ ਆਵਰ ਬੋਡੀ, ਉਸ ਫਲੂਇਡਸ ਦੇ ਵਿੱਚ ਜਾਂ ਕਹਿ ਲਓ ਕਿ ਜਾਂ ਨਰਵਸ ਸਿਸਟਮ ਦੇ ਵਿੱਚ ਕਹਿ ਲਓ ਕਿ ਕੁਛ ਹੱਦ ਤੱਕ ਉਹ ਵਾਲੇ ਕਾਰਬੋਹਾਈਡਰੇਟਸ ਪ੍ਰੈਜ਼ੈਂਟ ਹੁੰਦੇ ਨੇ ਵਿਚ ਆਰ ਟਰਮ ਟੂ ਬੀ ਐਸ ਹੈਟਰੋਪੋਲੀਸੈਕਰਾइड्स। ਸੋ ਉਸਦੇ ਵਿੱਚ ਜਿਹੜੀ ਮੋਨੋਸੈਕਰਾइड्स ਜਿਹੜੇ ਯੂਨਿਟਸ ਨੇਗੀਆਂ ਉਹ ਵੇਰੀ ਕਰ ਸਕਦੀਆਂ ਨੇਗੀਆਂ, ਔਰ ਪਲੱਸ ਉਸਦੇ ਨਾਲ ਨਾਲ ਉਹਨਾਂ ਦੇ ਵਿੱਚ ਡੈਰੀਵੇਟਿਵਸ ਵੀ ਹੋ ਸਕਦੇ ਨੇ, ਡੈਰੀਵੇਟਿਵਸ ਆਫ ਲਾਈਕ ਨਾਈਟ੍ਰੋਜਨ ਵਿਚ ਆਰ ਹੈਵਿੰਗ ਦਾ ਨਾਈਟ੍ਰੋਜਨ ਐਜ਼ ਐਨ ਐਡੀਸ਼ਨਲ ਗਰੁੱਪ ਕਹਿ ਲਓ, ਠੀਕ ਹੈ, ਜਾਂ ਸਲਫਰ ਵਾਲਾ ਵੀ ਹੋ ਸਕਦਾ, ਜਾਂ ਕਹਿ ਲਓ ਕਿ ਕਈ ਵਾਰ ਕੀ ਹੈ ਕਿ ਦੇ ਆਰ ਟੂ ਬੀ ਲਿੰਕਡ ਬਾਈ ਮੀਨਸ ਆਫ ਪ੍ਰੋਟੀਨਸ ਦੇ ਨਾਲ ਵੀ ਲਿੰਕਡ ਹੋਏ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਗਲਾਈਕੋਪ੍ਰੋਟੀਨਸ ਵੀ ਕਹਿੰਦੇ ਹੋ, ਠੀਕ ਹੈ ਨਾ, ਜਾਂ ਕਹਿ ਲਓ ਕਿ ਲਿਪਿਡਸ ਦੇ ਨਾਲ ਵੀ ਲਿੰਕਡ ਹੋਏ ਹੁੰਦੇ ਨੇਗੇ, ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਗਲਾਈਕੋਲਿਪਿਡਸ, ਠੀਕ ਹੈ। ਸੋ ਲਾਈਕ ਇਨ ਦੈਟ ਵੇ, ਸੋ ਇਹਨਾਂ ਦੀ ਜਿਹੜੀ ਕਹਿ ਲਓ ਕਿ ਬਣਤਰ ਹੈ ਉਹ ਡਿਫਰ ਕਰ ਸਕਦੀ ਹੈ ਅਕੋਰਡਿੰਗ ਟੂ ਦੇਅਰ ਕੰਪੋਜੀਸ਼ਨ। ਸੋ ਹੈਟਰੋ ਦੇ ਵਿੱਚ ਉਹਨਾਂ ਕੈਟਾਗਰੀਜ਼ ਆਉਣਗੀਆਂ ਲਾਈਕ ਗਲਾਈਕੋਪ੍ਰੋਟੀਨਸ ਹੋ ਗਏ, ਗਲੂਕੋਪ੍ਰੋਟੀਨਸ ਹੋ ਗਏ, ਜਾਂ ਸਲਫੋ ਕਹਿ ਲਓ ਕਿ ਲਿਪਿਡ, ਹਾਂ ਸੌਰੀ, ਗਲੂਕੋਸਲਫਾइड्स ਹੋ ਗਏ ਕਿ ਜਿਹਨਾਂ ਸਲਫਰ ਕੰਟੇਨਿੰਗ ਹੈ ਜਾਂ ਨਾਈਟ੍ਰੋਜਨ ਕੰਟੇਨਿੰਗ ਹੈ। ਸੋ ਆਪਾਂ ਕਰਾਂਗੇ ਅੱਗੇ ਅੱਗੇ ਜਿਵੇਂ ਜਿਵੇਂ ਆਪਾਂ ਅੱਗੇ ਫੋਲੋ ਕਰੀ ਜਾਵਾਂਗੇ, ਕਲੀਅਰ। ਸੋ ਇਹ ਸੀ ਰਾਜੇ ਜਨਰਲ ਤੁਹਾਡੇ ਕੋਲ ਟਾਈਪਸ ਕਾਰਬੋਹਾਈਡਰੇਟਸ ਦੀਆਂ, ਵਨ ਇਜ਼ ਮੋਨੋਸੈਕਰਾइड्स, डाइसैकेराइड्स, ओलिगोसैकेराइड्स as well as the polysaccharides। So ਪਹਿਲਾਂ ਆਪਾਂ ਸਟਾਰਟ ਕਰਾਂਗੇ with the monosaccharides। So monosaccharides ਹੈਗੇ, so which are often to be called as the simple sugars, ਜਿਨ੍ਹਾਂ ਨੂੰ ਆਪਾਂ simple sugars ਕਹਿੰਦੇ ਆ, ਔਰ ਉਹਨਾਂ ਦੇ ਵਿੱਚ ਕੀ ਹੈ ਫ੍ਰੀ ਐਲਡੀਹਾਈਡ ਗਰੁੱਪ ਹੋਏਗਾ as well as a free ketonic group। ਐਲਡੀਹਾਈਡ ਗਰੁੱਪ ਔਰ ਕੀਟੋਨਿਕ ਗਰੁੱਪ ਉਹਨਾਂ ਦੇ ਵਿੱਚ ਫ੍ਰੀ ਹੋਏਗਾ, ਫ੍ਰੀ ਇਨ ਦਾ ਸੈਂਸ ਉਹ ਕਿਸੇ ਦੇ ਨਾਲ ਲਿੰਕਡ ਨਹੀਂ ਹੋਏ ਹੋਣਗੇ, ਕਿਉਂਕਿ obvious ਹੈ it is a simple sugar। mono means they are only having a one basic component of the sugar। so ਜਿਸੇ ਕਰਕੇ ਇਹਨਾਂ ਦਾ aldehydic or ketonic group ਜਿਹੜਾ ਹੋਏਗਾ free ਹੋਏਗਾ, as well as they contain two or more hydroxyl groups also। ਠੀਕ ਹੈ ਨਾ, ਉਹ ਆਪਾਂ ਕਰਾਂਗੇ ਕਿੱਦਾਂ ਕਿੱਦਾਂ ਨੇਗੇ ਸਟਰਕਚਰ ਤੋਂ ਤੁਹਾਨੂੰ ਪਤਾ ਲੱਗ ਹੀ ਜਾਊਗਾ। ਔਰ ਇਹਨਾਂ ਦਾ ਜਿਹੜਾ ਜਰਨਲ ਫਾਰਮੂਲਾ ਸੇਮ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ, that is CnH2nOn, clear। so this is their general formula। and monosaccharides ਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਹੀ ਗੱਲ ਕਰਕੇ ਚੁੱਕਿਆ, their number varies from, ਜਿਹੜਾ n ਨੰਬਰ ਹੈ that is varies from 3 to 7, ਠੀਕ ਹੈ, 3 ਤੋਂ ਲੈ ਕੇ 7 ਤੱਕ ਉਹ ਵੇਰੀ ਕਰਦਾ ਵਾ। 3 ਵਾਲੇ ਨੂੰ ਆਪਾਂ ਟ੍ਰਾਈਓਸ ਕਹਿੰਦੇ ਆ, ਦੈਨ 4 ਵਾਲੇ ਨੂੰ ਟੈਟਰੋਸ, ਪੈਂਟੋਸ, ਹੈਕਸੋਸ, ਹੈਪਟੋਸ, ਲਾਈਕ ਇਨ ਦੈਟ ਵੇ। ਸੋ ਆਈ ਹੋਪ ਤੁਹਾਨੂੰ ਇਹ ਫਾਰਮੂਲਾ ਵੀ ਬੜੇ ਕਲੀਅਰਲੀ ਨਜ਼ਰ ਆ ਰਿਹਾ ਹੋਣਾ ਵਾ, that is C3H6O3, ਜਿਸ ਦੇ ਵਿੱਚ ਆਪਣੇ ਕੋਲ n ਨੰਬਰ ਜਿਹੜਾ ਵਾ 3 ਹੈ। ਸੋ C3H6O3। ਹੁਣ ਰਾਜੇ ਜਿਹੜੇ ਆਪਣੇ ਕੋਲ ਆਪਾਂ ਪਹਿਲੇ ਹੀ ਡੈਫੀਨੇਸ਼ਨ ਦੇ ਵਿੱਚ ਕੀਤਾ ਸੀ ਨਾ ਕਿ ਕਾਰਬੋਹਾਈਡਰੇਟਸ ਨੂੰ ਆਪਾਂ polyhydroxy aldoses and polyhydroxy ketosis ਕਹਿੰਦੇ ਆ, as well as their derivatives। in case of monosaccharides we are having only a type of polyhydroxy aldoses and polyhydroxy ketosis। ਇਹ ਦੋ ਟਾਈਪਸ ਜਿਹੜੀਆਂ ਨੇ ਇਸ ਦੇ ਵਿੱਚ ਐਗਜ਼ਿਸਟ ਕਰਦੀਆਂ ਨੇ, ਮੀਨਸ ਜਿਸ ਦੇ ਕੋਲ ਕਹਿ ਲਓ ਕਿ ਐਲਡੀਹਾਈਡ ਗਰੁੱਪ ਹੋਏਗਾ, they are termed to be as aldose sugar, ਜਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ aldoses, ਠੀਕ ਹੈ। ਔਰ ਜਿਨ੍ਹਾਂ ਦੇ ਕੋਲ ਕਹਿ ਲਓ ਕਿ ਕੀਟੋ ਗਰੁੱਪ ਹੋਏਗਾ, C ਡਬਲ ਬੌਂਡ O ਵਾਲਾ ਗਰੁੱਪ ਹੋਏਗਾ, ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕੀਟੋ ਸ਼ੂਗਰਸ ਵੀ ਕਹਿ ਸਕਦੇ ਹਾਂ, ਔਰ ਪਲੱਸ ਕੀਟੋਸਿਸ ਵੀ ਕਹਿ ਸਕਦੇ ਹਾਂ। ਲਾਈਕ ਇਹ ਤੁਸੀਂ ਜਨਰਲ ਜੀ ਐਗਜ਼ਾਮਪਲਸ ਆਪਾਂ ਕੀਤੀਆਂ ਨੇ, ਪਲਾਂਟ ਫਿਜ਼ੀਓਲੋਜੀ ਵਿੱਚ ਵੀ ਕੀਤੀਆਂ ਨੇਗੀਆਂ ਐਗਜ਼ਾਮਪਲਸ, ਇਨ ਦਾ ਸੈਂਸ ਕਿ ਤੁਸੀਂ ਜਦੋਂ ਆਪਾਂ ਪੜ੍ਹਿਆ ਸੀਗਾ C3 ਸਾਈਕਲ ਜਾਂ C4 ਸਾਈਕਲ, ਉਦੋਂ ਇਹ ਸ਼ੂਗਰਸ ਬਾਰੇ ਵੀ ਆਪਾਂ ਗੱਲ ਕੀਤੀ ਸੀਗੀ, ਉਹਦੇ ਵਿੱਚ ਆਪਣੇ ਕੋਲ ਇਹ ਬਣਦੀਆਂ ਸੀਗੀਆਂ, ਠੀਕ ਹੈ ਨਾ, ਜੇ ਤੁਹਾਨੂੰ ਥੋੜ੍ਹਾ ਬਹੁਤ ਯਾਦ ਹੋਵੇ ਤਾਂ। ਸੋ ਗਲਿਸਟਰੋਜ਼ ਹੈ ਜਿਸ ਦੇ ਕੋਲ ਐਲਡੀਹਾਈਡ ਗਰੁੱਪ ਹੈ, ਸੋ ਇਹਦੇ ਵਾਲਾ ਆਪੋਜ਼ਿਟ ਵਾਲਾ ਡਾਈਹਾਈਡਰੋਕਸੀ ਐਸੀਟੋਨ ਹੈ। ਸੋ ਇਹਦੇ ਵਿੱਚ ਮੋਸਟ ਕਾਮਨ ਐਗਜ਼ਾਮਪਲ ਜਿਹੜੀ ਆਪਾਂ ਯੂਜ਼ ਕਰਦੇ ਹੁੰਦੇ ਹਾਂ ਦੈਟ ਇਜ਼ ਆਫ ਗਲੂਕੋਜ਼ ਐਜ਼ ਵੈਲ ਐਜ਼ ਫਰਕਟੋਜ਼। ਇਹ ਤਾਂ ਤੁਸੀਂ ਬਹੁਤ ਜਰਨਲ ਸਟਰਕਚਰ ਕਰਦੇ ਆ ਰਹੇ ਹੋ ਛੋਟੀ ਕਲਾਸਿਸ ਤੋਂ। ਸੋ ਗਲੂਕੋਜ਼ ਦੇ ਵਿੱਚ ਕਹਿ ਲਓ ਕਿ ਫਸਟ ਕਾਰਬਨ ਤੇ ਐਲਡੀਹਾਈਡ ਗਰੁੱਪ ਹੋਏਗਾ, ਵੇਅਰ ਐਜ਼ ਇਨ ਕੇਸ ਆਫ ਫਰਕਟੋਜ਼ ਦੇ ਵਿੱਚ ਕੀ ਹੋਏਗਾ ਕਿ ਜਿਹੜਾ ਸੈਕਿੰਡ ਕਾਰਬਨ ਹੋਏਗਾ ਉਸ ਦੇ ਉੱਤੇ ਕੀ ਹੋਏਗਾ, ਕੀਟੋ ਗਰੁੱਪ ਪ੍ਰੈਜ਼ੈਂਟ ਹੋਏਗਾ, ਕਲੀਅਰ। ਲਾਈਕ ਹੇਅਰ ਆ ਜਿਵੇਂ ਹੁਣ ਇੱਥੇ ਤੁਹਾਨੂੰ ਨਜ਼ਰ ਆ ਰਿਹਾ, ਕਲੀਅਰ। ਸੋ ਆ ਰਾਜੇ ਤੁਹਾਡੇ ਕੋਲ ਫਸਟ ਕਾਰਬਨ ਹੈ, ਦਿਸ ਇਜ਼ ਸੈਕਿੰਡ, ਦੈਨ ਥਰਡ, ਫੋਰਥ, ਫਿਫਥ, ਦੈਨ ਸਿਕਸਥ ਵਨ, ਠੀਕ ਹੈ। ਜਿਹੜਾ ਲੈਫਟ ਹੈਂਡ ਸਾਈਡ ਦੇ ਉੱਤੇ ਆ ਤੁਹਾਨੂੰ ਨਜ਼ਰ ਆ ਰਿਹਾ ਐਲਡੋਸਿਸ ਵਾਲਾ, that is of glucose। ਇੱਥੇ ਮੈਂ ਗਲੂਕੋਜ਼ ਦੀ ਐਗਜ਼ਾਮਪਲ ਲਿੱਤੀ ਹੋਈ ਹੈ, ਬਹੁਤ ਕਲੀਅਰਲੀ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਵਾ। ਇੱਕ ਚੀਜ਼ ਧਿਆਨ ਰੱਖਣਾ, ਜਦੋਂ ਤੁਸੀਂ ਸਟਰਕਚਰ ਇਹਨਾਂ ਬਾਰੇ ਯਾਦ ਕਰੋਗੇ ਨਾ ਤਾਂ ਜਰਨਲ ਉਹ ਵਾਲੇ ਯਾਦ ਰੱਖਿਓ ਜਿਹੜਾ ਹਰ ਇੱਕ ਜਗ੍ਹਾ ਦੇ ਉੱਤੇ ਯੂਜ਼ ਹੁੰਦੇ ਨੇ, ਲਾਈਕ ਆਫ ਗਲੂਕੋਜ਼, ਫਰਕਟੋਜ਼, ਤੁਹਾਨੂੰ ਮੇਜਰਲੀ ਯਾਦ ਹੋਣ। ਔਰ ਪਲੱਸ ਜਿਹੜਾ ਕਾਰਬਨ ਨੰਬਰ 3 ਵਾਲਾ that is of glycerose ਔਰ ਪਲੱਸ ਡਾਈਹਾਈਡਰੋਕਸੀ ਐਸੀਟੋਨ ਵਾਲੇ, ਉਹਦੇ ਤੁਹਾਨੂੰ ਯਾਦ ਹੋਣੇ। ਮੋਨੋਸੈਕਰਾਈਡਸ ਐਟਲੀਸਟ ਤੁਸੀਂ ਯਾਦ ਕਰ ਸਕੋ,
क्लियर ਉਹ ਕੋਈ ਯਾਦ ਕਰਨੇ ਔਖੇ ਨਹੀਂ ਹੈਗੇ ਪਹਿਲੇ ਕਾਰਬਨ ਨੰਬਰ 3 ਤੋਂ ਲੈ ਕੇ ਅਪ ਟੂ 7 ਤੱਕ ਤੁਸੀਂ ਆਰਾਮ ਨਾਲ ਯਾਦ ਕਰ ਸਕਦੇ ਹੋ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੈ ਕਲੀਅਰ ਉਹਨਾਂ ਦੇ ਸਟਰਕਚਰ ਥੋੜੇ ਧਿਆਨ ਨਾਲ ਸਮਝ ਕੇ ਕਰਨਾ ਆਪਣਾ ਹੁਣ ਲਾਈਕ ਜਿਹੜਾ ਰਾਜੇ ਤੁਹਾਡੇ ਕੋਲ ਗਲੂਕੋਜ਼ ਹੈ ਗਲੂਕੋਜ਼ ਦੇ ਵਿੱਚ ਪਹਿਲੇ ਕਾਰਬਨ ਤੇ ਕੀ ਹੈ ਤੁਹਾਡੇ ਕੋਲ ਐਲਡੀਹਾਈਡ ਗਰੁੱਪ ਹੈ CHO ਕਲੀਅਰ ਔਰ ਇੱਕ ਚੀਜ਼ ਹੋਰ ਜਿਹੜਾ ਇਹਦਾ ਥਰਡ ਕਾਰਬਨ ਹੋਏਗਾ ਥਰਡ ਕਾਰਬਨ ਤੇ ਕੀ ਹੈ ਹਮੇਸ਼ਾ ਜਦੋਂ ਤੁਸੀਂ ਚੇਨ ਵਾਲਾ ਸਟਰਕਚਰ ਬਣਾਉਣਾ ਨਾ ਆ ਜਿਹੜਾ ਚੇਨ ਵਾਲਾ ਲੀਨੀਅਰ ਸ਼ੇਪ ਵਾਲਾ ਜਿਹੜਾ ਸਟਰਕਚਰ ਹੈ ਉਸ ਦੇ ਵਿੱਚ ਹਮੇਸ਼ਾ ਧਿਆਨ ਰੱਖਣਾ ਜਿਹੜਾ ਥਰਡ ਕਾਰਬਨ ਹੈ ਗਲੂਕੋਜ਼ ਦਾ ਜਾਂ ਫਰਕਟੋਜ਼ ਦਾ ਉਹਦਾ ਹਾਈਡਰੋਕਸਿਲ ਗਰੁੱਪ ਹਮੇਸ਼ਾ ਲੈਫਟ ਹੈਂਡ ਸਾਈਡ ਦੇ ਉੱਤੇ ਲੱਗੇਗਾ ਦਿਸ ਇਜ਼ देयर ਯੂਨੀਵਰਸਲ ਸਟਰਕਚਰ ਇਸ ਦੇ ਵਿੱਚ ਤੁਸੀਂ ਕੋਈ ਚੇਂਜ ਨਹੀਂ ਲਿਆਣਾ ਬਾਕੀ ਜਿਹੜੇ ਕਾਰਬਨ ਨੇਗੇ ਬਾਕੀ ਕਾਰਬਨ ਉੱਤੇ ਜਿਹੜਾ ਹਾਈਡਰੋਕਸਿਲ ਗਰੁੱਪ ਬਣਾਓਗੇ ਦੈਟ ਇਜ਼ ਵਿਲ ਬੀ ਔਨ ਦ ਰਾਈਟ ਹੈਂਡ ਸਾਈਡ ਬਾਕੀ ਸਾਰਿਆਂ ਦੇ ਕਾਰਬਨ ਨੰਬਰ 2 ਜਾਂ 4 ਹੈ 5 ਹੈ ਜਾਂ 6 ਹੈ ਉਹਦਾ ਹਮੇਸ਼ਾ ਤੁਸੀਂ ਰਾਈਟ ਹੈਂਡ ਸਾਈਡ ਦੇ ਉੱਤੇ ਲਗਾਓਗੇ ਔਰ ਜਿਹੜਾ ਥਰਡ ਕਾਰਬਨ ਵਾਲਾ ਹਾਈਡਰੋਕਸਿਲ ਗਰੁੱਪ ਹੈ ਦੈਟ ਵਿਲ ਬੀ ਔਨ ਦੀ ਲੈਫਟ ਹੈਂਡ ਸਾਈਡ that is in case of D glucose D in the sense ਡੈਕਸਟਰੋ ਰੋਟੇਟਰੀ ਆਪਾਂ ਪਿੱਛੇ ਹੁਣ ਅੱਗੇ ਵੀ ਗੱਲ ਕਰਾਂਗੇ ਕਿੱਦਾਂ ਇਹਨਾਂ ਦੀ ਆਈਸੋਮੈਰਿਕ ਫਾਰਮਸ ਸੀਗੀਆਂ D ਔਰ L ਟਾਈਪ ਇਹ ਆਪਾਂ ਪਹਿਲਾਂ ਵੀ ਪੜ੍ਹੀਆਂ ਨਹੀਂ ਆ ਸੋ ਇਹ ਚੀਜ਼ ਧਿਆਨ ਰੱਖਣੀ ਆ ਜਿਹੜੀ ਬੇਸਿਕ ਯੂਨੀਵਰਸਲ ਜਿਹੜੀ ਗਲੂਕੋਜ਼ ਆਪਣੇ ਕੋਲ ਮਿਲਦੀ ਹੈ ਉਹਦਾ ਹਮੇਸ਼ਾ ਤੁਸੀਂ ਧਿਆਨ ਰੱਖਣਾ ਕਿ ਜਿਹੜਾ ਥਰਡ ਕਾਰਬਨ ਹੈ ਉਹਦਾ ਹਾਈਡਰੋਕਸਿਲ ਗਰੁੱਪ ਜਦੋਂ ਲੀਨੀਅਰ ਸ਼ੇਪ ਵਾਲਾ ਸਟਰਕਚਰ ਬਣਾਓਗੇ ਉਦੋਂ ਤੁਸੀਂ ਲੈਫਟ ਹੈਂਡ ਸਾਈਡ ਦੇ ਉੱਤੇ ਲਗਾਉਣਾ ਬਾਕੀ ਸਾਰਿਆਂ ਦਾ ਰਾਈਟ ਹੈਂਡ ਸਾਈਡ ਦੇ ਉੱਤੇ ਹੋਏਗਾ ਕਲੀਅਰ ਸੇਮ ਕੀਟੋਸਿਸ ਹੈ ਫਰਕਟੋਜ਼ ਦੇ ਵਿੱਚ ਆਬਵੀਅਸ ਹੈ ਔਨ ਦੀ ਸੈਕੰਡ ਕਾਰਬਨ ਸੋ ਸੈਕੰਡ ਕਾਰਬਨ ਤੇ ਇੱਥੇ ਕੀ ਹੋਏਗਾ ਕੀਟੋ ਗਰੁੱਪ ਪ੍ਰੈਜ਼ੈਂਟ ਹੋ ਗਿਆ ਐਂਡ ਜਿਹੜਾ ਫਰਸਟ ਕਾਰਬਨ ਹੋਏਗਾ ਫਰਸਟ ਕਾਰਬਨ ਤੇ ਕੀ ਹੈ ਦੈਟ ਵਿਲ ਬੀ ਦਾ CH2OH just like that on the same 6 ਕਾਰਬਨ ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਰੱਖਣਾ ਵਾ ਲੀਨੀਅਰ ਸ਼ੇਪ ਜਿਹੜੇ ਇਹਦੇ ਸਟਰਕਚਰ ਨੇਗੇ ਵੈਦਰ ਆਫ ਗਲੂਕੋਜ਼ ਵੈਦਰ ਆਫ ਫਰਕਟੋਜ਼ ਇਹ ਬੇਸਿਕ ਸਟਰਕਚਰਸ ਨੇਗੇ ਇਹਨਾਂ ਨੂੰ ਯਾਦ ਰੱਖ ਲਓਗੇ ਆਈ ਥਿੰਕ ਤੁਹਾਡੀ ਬਾਇਓਕੈਮਿਸਟਰੀ ਕੱਢਣੀ ਕੋਈ ਔਖੀ ਨਹੀਂ ਹੋਣੀ ਹੈਗੀ ਹੁਣ ਰਜੇ ਆਪਾਂ ਜਿਵੇਂ ਪਹਿਲਾਂ ਹੀ ਗੱਲ ਕੀਤੀ ਆ ਕਿ ਡੈਕਸਟਰੋ ਰੋਟੇਟਰੀ ਐਸ ਵੈਲ ਐਸ ਲੀਵੀਓ ਰੋਟੇਟਰੀ ਦੋ ਤਰੀਕੇ ਦੀ ਆਪਣੇ ਕੋਲ ਕਹਿ ਲਓ ਕਿ ਸ਼ੂਗਰਸ ਹੈਗੀਆਂ ਡੈਕਸਟਰੋ ਐਂਡ ਲੀਵੀਓ ਰੋਟੇਟਰੀ ਜਿਹੜੀ ਸ਼ੂਗਰਸ ਹੈਗੀਆਂ ਇਹ ਜਿਹੜੀ ਬਣਦੀਆਂ ਕਿਵੇਂ ਨੇਗੇ ਲਾਈਕ ਇਹਨਾਂ ਦੇ ਵਿੱਚ ਕੀ ਹੈ ਕਿ ਆਪਟੀਕਲ ਆਈਸੋਮੈਰਿਕ ਫਾਰਮਸ ਜਿਹੜੀਆਂ ਨੇ ਉਹ ਐਗਜ਼ਿਸਟ ਕਰਦੀਆਂ ਨੇ ਠੀਕ ਹੈ ਨਾ ਦੋ ਇਹਦੇ ਵਿੱਚ ਫਾਰਮਸ ਨੇ ਡੈਕਸਟਰੋ ਰੋਟੇਟਰੀ ਦੈਟ ਮੀਨਸ ਦੈਟ ਵਿਲ ਰੋਟੇਟ ਟੁਵਰਡਸ ਦੀ ਰਾਈਟ ਹੈਂਡ ਸਾਈਡ ਜਦੋਂ ਕਿ ਕਹਿ ਲਓ ਕਿ ਪੋਲਰਾਈਜ਼ਡ ਲਾਈਟ ਨੂੰ ਇਹ ਰਾਈਟ ਹੈਂਡ ਸਾਈਡ ਵੱਲ ਨੂੰ ਰੋਟੇਟ ਔਨ ਕਰਦੇ ਨੇਗੇ ਸੋ ਦੈਟ ਵਿਲ ਬਿਕਮ ਦਾ ਡੈਕਸਟਰੋ ਰੋਟੇਟਰੀ ਸ਼ੂਗਰ and those sugars which rotate the polarized light towards the left hand side they are termed to be as a levio-rotatory ਜਾਂ ਜਿਹਨੂੰ ਤੁਸੀਂ ਇਹ ਕਹਿੰਦੇ ਹੋ L type sugars ਕਹਿ ਦਿੰਦੇ ਹੋ ਇਹ ਦੋਨੋਂ ਜਿਹੜੀਆਂ ਟਾਈਪਸ ਨੇ ਇੱਕ ਦੂਸਰੇ ਦੀ ਮਿਰਰ ਇਮੇजेस ਨੇਗੀਆਂ ਲਾਈਕ ਜਿਵੇਂ ਤੁਸੀਂ ਇੱਥੇ ਦੇਖ ਵੀ ਰਹੇ ਹੋ ਆਹ ਦੋਨੋਂ ਗਲਿਸਟੈਲਡੀਹਾਈਡ ਔਰ ਪਲੱਸ ਤੁਹਾਡੇ ਕੋਲ D ਗਲਿਸਟੈਲਡੀਹਾਈਡ ਔਰ L ਗਲਿਸਟੈਲਡੀਹਾਈਡ ਹੈ ਡੀ ਦੇ ਵਿੱਚ ਕੀ ਹੈ ਕਿ ਰਾਈਟ ਹੈਂਡ ਸਾਈਡ ਉੱਤੇ ਤੁਹਾਡੇ ਕੋਲ ਹਾਈਡਰੋਕਸਿਲ ਗਰੁੱਪ ਹੈ ਇਹ ਹਮੇਸ਼ਾ ਧਿਆਨ ਰੱਖਣਾ ਕਿ ਜਿਹੜੀ ਡੀ ਵਾਲੀ ਹੈ ਇਨ ਕੇਸ ਆਫ ਜਿਹੜੀ ਕਹਿ ਲਓ ਕਿ ਜਿਹੜੀ ਸਭ ਤੋਂ ਛੋਟੀ ਵਾਲੀ ਸ਼ੂਗਰਸ ਨੇਗੀਆਂ ਕਾਰਬਨ ਨੰਬਰ 3 ਵਾਲੀਆਂ 4 ਵਾਲੀਆਂ ਸੋ ਉਹਨਾਂ ਦੇ ਵਿੱਚ ਇਹ ਚੀਜ਼ ਦਾ ਧਿਆਨ ਰੱਖਣਾ ਉਹਦੇ ਵਿੱਚ ਜ਼ਿਆਦਾ ਹਾਈਡਰੋਕਸਿਲ ਗਰੁੱਪ ਤਾਂ ਉਹਨਾਂ ਦੇ ਵਿੱਚ ਪ੍ਰੈਜ਼ੈਂਟ ਨਹੀਂ ਹੈਗੇ ਉਹਨਾਂ ਦੇ ਜ਼ਿਆਦਾਤਰ ਹੋਣਗੇ ਔਨ ਦੀ ਰਾਈਟ ਹੈਂਡ ਸਾਈਡ ਉਹਨਾਂ ਦੇ ਵਿੱਚ ਐਵੇਂ ਗਲੂਕੋਜ਼ ਮੰਗੋ ਨਹੀਂ ਹੈਗਾ ਥੋੜੇ ਜਿਹੇ ਕੁਝ ਡਿਫਰੈਂਟ ਸਟਰਕਚਰ ਨਹੀਂ ਹੈ ਉਹਨਾਂ ਦੇ ਵਿੱਚ ਹਾਈਡਰੋਕਸਿਲ ਗਰੁੱਪ ਹਮੇਸ਼ਾ ਰਾਈਟ ਹੈਂਡ ਸਾਈਡ ਦੇ ਉੱਤੇ ਹੀ ਹੋਣਗੇ ਲਾਈਕ D ਗਲਿਸਟੈਲਡੀਹਾਈਡ ਦਾ ਰਾਈਟ ਹੈਂਡ ਸਾਈਡ ਦੇ ਉੱਤੇ ਹਾਈਡਰੋਕਸਿਲ ਗਰੁੱਪ ਹੈ ਐਂਡ L ਜਿਹੜਾ ਗਲਿਸਟੈਲਡੀਹਾਈਡ ਹੈ ਉਸ ਦੇ ਵਿੱਚ ਕੀ ਹੋਏਗਾ ਹਾਈਡਰੋਕਸਿਲ ਗਰੁੱਪ ਦੈਟ ਵਿਲ ਬੀ ਔਨ ਦੀ ਲੈਫਟ ਹੈਂਡ ਸਾਈਡ ਕਲੀਅਰ ਸੋ ਇਹ ਇਹਨਾਂ ਚੀਜ਼ਾਂ ਦਾ ਜ਼ਰਾ ਜਿਹਾ ਤੁਸੀਂ ਧਿਆਨ ਰੱਖਣਾ ਵਾ ਇਹ ਜਿਹੜੀਆਂ ਨੇਗੀਆਂ ਆਪਣੇ ਕੋਲ ਤੁਹਾਨੂੰ ਸ਼ੋ ਕੀਤੀਆਂ ਸੀਗੀਆਂ ਔਰ ਆਹ ਜਿਹੜੀ ਨੀਚੇ ਵਾਲੀ ਪ੍ਰੋਜੈਕਸ਼ਨਸ ਸੀਗੀਆਂ ਜਾਂ ਨੀਚੇ ਵਾਲੇ ਜਿਹੜੇ ਸਟਰਕਚਰਸ ਸੀਗੇ D ਗਲਿਸਟੈਲਡੀਹਾਈਡ ਔਰ L ਗਲਿਸਟੈਲਡੀਹਾਈਡ ਦਾ ਇਹਨਾਂ ਨੂੰ ਆਪਾਂ ਫਿਸ਼ਰ ਪ੍ਰੋਜੈਕਸ਼ਨਸ ਵੀ ਕਹਿੰਦੇ ਆ ਜਾਂ ਲੀਨੀਅਰ ਚੇਨ ਪ੍ਰੋਜੈਕਸ਼ਨਸ ਵੀ ਕਹਿ ਦਿੰਦੇ ਆ ਕਲੀਅਰ ਜੋ ਲੀਨੀਅਰਲੀ ਆਪਾਂ ਅਰੇਂਜ ਕਰਕੇ ਦਿਖਾਉਂਦੇ ਆ ਸ਼ੂਗਰਸ ਦੇ ਸਟਰਕਚਰ ਨੂੰ ਐਂਡ ਜੋ ਸ਼ੂਗਰ ਦਾ ਨੋਮਨਕਲੇਚਰ ਹੈ it is also meant upon the presence of the hydroxyl group ਠੀਕ ਹੈ ਹਾਈਡਰੋਕਸਿਲ ਗਰੁੱਪ ਦੀ ਪ੍ਰੈਜ਼ੈਂਸ ਉੱਤੇ ਹੀ ਡਿਪੈਂਡ ਕਰਦਾ ਹੈ ਕਿ ਉਹਨੂੰ ਆਪਾਂ ਡੈਕਸਟਰੋ ਰੋਟੇਟਰੀ ਕਹੀਏ ਜਾਂ ਲੀਵਰ ਰੋਟੇਟਰੀ ਕਹੀਏ ਸੇਮ ਜਿਵੇਂ ਹੁਣ ਆਪਣੇ ਕੋਲ ਇੱਥੇ ਹੈ D ਗਲੂਕੋਜ਼ ਹੈ here we are having a L ਗਲੂਕੋਜ਼ ਹੁਣ D ਗਲੂਕੋਜ਼ ਜਿਵੇਂ ਆਪਾਂ ਪਹਿਲਾਂ ਸਟਰਕਚਰ ਦੀ ਗੱਲ ਕੀਤੀ ਸੀਗੀ ਨਾਰਮਲੀ ਕੀ ਸੀਗਾ ਕਿ ਸੈਕੰਡ ਕਾਰਬਨ ਉੱਤੇ ਹਾਈਡਰੋਕਸਿਲ ਗਰੁੱਪ ਫੋਰਥ ਕਾਰਬਨ ਉੱਤੇ ਫਿਫਥ ਕਾਰਬਨ ਉੱਤੇ ਇਹਨਾਂ ਦੇ ਹਾਈਡਰੋਕਸਿਲ ਗਰੁੱਪ ਹੋਣਗੇ ਜਿਹੜੇ ਆ ਰਾਈਟ ਹੈਂਡ ਸਾਈਡ ਵੱਲ ਨੂੰ ਜਸਟ ਫਰਕ ਕਿੱਥੇ ਹੋਏਗਾ ਥਰਡ ਕਾਰਬਨ ਉੱਤੇ ਜਿਹਦਾ ਹਾਈਡਰੋਕਸਿਲ ਗਰੁੱਪ ਕੀ ਹੋਏਗਾ ਲੈਫਟ ਹੈਂਡ ਸਾਈਡ ਦੇ ਉੱਤੇ
ਵੇਅਰ ਐਜ਼ ਇਨ ਕੇਸ ਆਫ ਐਲ ਟਾਈਪ ਦੇ ਵਿੱਚ ਬਿਲਕੁਲ ਆਪੋਜ਼ਿਟ ਹੋ ਜਾਏਗਾ, ਕਿਉਂਕਿ ਆਪਾਂ ਕਿਹਾ ਵਾ ਇਹ ਮਿਰਰ ਇਮੇजेस ਨੇਗੀਆਂ। ਤਾਂ ਆਬਵੀਅਸ ਹੈ ਜਿਹੜਾ ਕਹਿ ਲਓ ਕਿ ਥਰਡ ਕਾਰਬਨ ਵਾਲਾ ਹਾਈਡਰੋਕਸਿਲ ਗਰੁੱਪ ਜਿਹੜਾ ਲੈਫਟ ਹੈਂਡ ਸਾਈਡ ਦੇ ਉੱਤੇ ਸੀ, ਉਹ ਕਿੱਧਰ ਹੋ ਜਾਏਗਾ, ਔਨ ਦੀ ਰਾਈਟ ਹੈਂਡ ਸਾਈਡ। ਤੇ ਬਾਕੀ ਦੇ ਜਿਹੜੇ A ਵਾਲੇ ਸੀਗੇ ਹਾਈਡਰੋਕਸਿਲ ਗਰੁੱਪ, that will be facing towards the left hand side, so that's why it is termed to be as the L glucose। ਤਾਂ ਇਹਨਾਂ ਚੀਜ਼ਾਂ ਦਾ ਤੁਸੀਂ ਥੋੜਾ ਜਿਹਾ ਧਿਆਨ ਰੱਖਣਾ ਵਾ ਜਦੋਂ ਆਪਾਂ ਗੱਲ ਕਰਦੇ ਆਪਟੀਕਲ ਆਈਸੋਮਰਸ ਦੀ। ਆਪਟੀਕਲ ਆਈਸੋਮ means they are the mirror images of each other, clear। ਜਾਂ D ਔਰ L ਫਾਰਮਸ ਜਿਹੜੀਆਂ ਹੈਗੀਆਂ ਇੱਕ ਦੂਸਰੇ ਦੇ ਬਿਲਕੁਲ ਮਿਰਰ ਇਮੇजेस ਦੀ ਗੱਲ ਕਰਦੇ ਆਪਾਂ, ਠੀਕ ਹੈ। ਸੋ ਆਹੀ ਸੇਮ ਚੀਜ਼ ਇੱਥੇ ਹੀ ਹੈ। ਔਰ ਇੱਕ ਚੀਜ਼ ਹੋਰ, ਇਹਨਾਂ ਦੇ ਜਿਹੜੇ ਕਹਿ ਲਓ ਕਿ ਡੀ ਔਰ ਐਲ ਸ਼ੂਗਰਸ ਨੇਗੀਆਂ, ਮਿਰਰ ਇਮੇजेस ਨੇਗੀਆਂ ਇੱਕ ਦੂਸਰੇ ਦੀਆਂ, ਜੋ ਕਿ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਹੈ, ਠੀਕ ਹੈ। ਸੋ ਇਹ ਜਿਹੜੇ ਆਈਸੋਮੈਰਿਕ ਫਾਰਮਸ ਨੇਗੀਆਂ, ਇਹਨਾਂ ਨੂੰ ਆਪਾਂ ਕਹਿ ਲਓ ਕਿ ਸਟੀਰੀਓ ਆਈਸੋਮਰਸ ਵੀ ਕਹਿ ਦਿੰਦੇ ਆ। ਸਟੀਰੀਓ ਆਈਸੋਮਰਸ ਦੇ ਵਿੱਚ ਇਹਨਾਂ ਦੇ ਡਿਫਰੈਂਟ ਫਾਰਮਸ ਐਗਜ਼ਿਸਟ ਕਰਦੀਆਂ ਨੇਗੀਆਂ, ਲਾਈਕ ਆਫ ਗਲੂਕੋਸ, ਮੈਨੋਸ, ਗਲੈਕਟੋਸ ਐਕਸੈਟਰਾ। ਔਰ ਜਿਹੜਾ ਇਹਨਾਂ ਦਾ ਨੰਬਰ ਹੈ ਸਟੀਰੀਓ ਆਈਸੋਮਰਸ ਹੈ, that is 2/n, where n ਜਿਹੜਾ ਵਾ that will be of the asymmetric carbon, ਕਿ asymmetric centers ਕਿੰਨੇ ਨੇਗੇ ਇੱਥੇ। ਲਾਈਕ ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਸਪੋਜ਼ asymmetric in the sense ਕਿ ਜਿੱਥੇ ਜਿਹੜਾ ਕਾਰਬਨ ਹੈ, ਸੈਂਟਰਲ ਕਾਰਬਨ ਹੈ, ਉਹਦੇ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਕਾਰਬਨ ਜਿਹੜਾ ਵਾ ਇਟ ਇਜ਼ ਅ ਟੈਟਰਾਵੈਲੈਂਟ ਕੰਪਾਊਂਡ। ਟੈਟਰਾਵੈਲੈਂਟ ਹੈ ਨਾ, ਉਹਦੇ ਕੋਲ 4 ਵੈਲੈਂਸੀਜ਼ ਹੁੰਦੀਆਂ ਨੇਗੀਆਂ। ਇਸ ਤਰੀਕੇ ਨਾਲ ਆਪਾਂ ਰਿਪਰੈਜ਼ੈਂਟ ਕਰਦੇ ਹਾਂ ਨਾ, ਲਾਈਕ ਇਨ ਦਿਸ ਵੇ, ਠੀਕ ਹੈ। ਤੇ ਇਹ ਚਾਰੋਂ ਜਿਹੜੀ ਸਾਈਡਸ ਹੋਣਗੀਆਂ, ਚਾਰੋਂ ਸਾਈਡਸ ਉੱਤੇ ਕਹਿ ਲਓ ਕਿ ਡਿਫਰੈਂਟ ਗਰੁੱਪਸ ਪ੍ਰੈਜ਼ੈਂਟ ਹੋਣ। ਲਾਈਕ ਜਿਵੇਂ ਹੁਣ ਆਪਾਂ ਪਹਿਲੇ ਕਾਰਬਨ ਤੋਂ ਲੈ ਲਈਏ, ਇੱਥੇ ਹੁਣ ਇੱਥੇ ਕੀ ਆਪਣੇ ਕੋਲ ਇੱਕ ਜਿਹੜਾ ਵਾ ਹਾਈਡਰੋਜਨ ਦੇ ਨਾਲ ਹੈ, 2 ਆਕਸੀਜਨ ਦੇ ਨਾਲ ਲਿੰਕਡ ਹੋਈਆਂ ਨੇ, ਔਰ ਇੱਕ ਜਿਹੜਾ ਵਾ ਕਾਰਬਨ ਨਾਲ ਲਿੰਕਡ ਹੋਈ ਹੈ। ਮੀਨਸ ਇਹ asymmetrical ਨਹੀਂ ਹੋਏਗਾ, ਇਟ ਇਜ਼ ਨਾਟ ਐਨ asymmetrical ਕਾਰਬਨ। ਕਿਉਂ? ਕਿਉਂਕਿ ਇੱਥੇ ਕੀ ਹੈ, 2 ਬੌਂਡਸ ਜਿਹੜੀਆਂ ਨੇਗੀਆਂ ਸੇਮ ਕੰਪੋਨੈਂਟ ਦੇ ਨਾਲ ਕਹਿ ਲਓ ਕਿ ਲਿੰਕ ਹੋਈਆਂ ਹੋਈਆਂ ਨੇ, that is of ਆਕਸੀਜਨ। ਬਟ ਜੇ ਅਗਰ ਆਪਾਂ ਗੱਲ ਕਰਦੇ ਹਾਂ ਆਹ ਸੈਕਿੰਡ ਨੰਬਰ ਵਾਲੇ ਕਾਰਬਨ ਦੀ, ਦਿਸ ਵਨ, ਹੁਣ ਇਹ ਸੈਕਿੰਡ ਨੰਬਰ ਵਾਲਾ ਕਾਰਬਨ ਜੇ ਅਗਰ ਆਪਾਂ ਇਹਨੂੰ ਵੀ ਦੇਖਦੇ ਹਾਂ, ਇਹਦੇ ਵਿੱਚ ਕੀ ਹੈ ਕਿ ਉੱਪਰ CHO ਹੈ, ਦਿਸ ਵਨ, ਦਿਸ ਕਾਰਬਨ। ਹੁਣ ਇਹਦੇ ਫਸਟ ਵਾਲਾ ਜਿਹੜਾ ਆਹ ਵਾਲੀ ਬੌਂਡ ਹੈ, ਇਹ ਬੌਂਡ ਦੇ ਉੱਤੇ ਕੀ ਹੈ, CHO ਗਰੁੱਪ ਪਿਆ ਵਾ, ਕਲੀਅਰ। ਜੇ ਆਪਾਂ ਇਹਨੂੰ ਕੋਲੈਬੋਰੇਟਰੀ ਲਿਖਦੇ ਹਾਂ, that is a CHO, ਠੀਕ ਹੈ। ਔਰ ਇਹਦੇ ਰਾਈਟ ਹੈਂਡ ਸਾਈਡ ਕੀ ਹੈ, ਹਾਈਡਰੋਕਸਿਲ ਹੈ। ਇਹਦੇ ਲੈਫਟ ਹੈਂਡ ਸਾਈਡ ਕੀ ਹੈ, ਹਾਈਡਰੋਜਨ ਹੈ। ਔਰ ਇਹਦੇ ਲੋਅਰ ਸਾਈਡ ਦੇ ਉੱਤੇ ਕੀ ਹੈ, ਕਾਰਬਨ ਹੈ। that means ਇਹਦੇ ਚਾਰੋਂ ਸਾਈਡਸ ਉੱਤੇ ਕੀ ਨੇ, ਡਿਫਰੈਂਟ ਕੰਪਾਊਂਡਸ ਜਿਹੜੇ ਨੇ ਉਹ ਲੱਗੇ ਹੋਏ ਨੇ। so that means they are termed to be as the asymmetrical carbon। ਉਹਨੂੰ ਆਪਾਂ asymmetrical carbon ਜਾਂ asymmetrical center ਕਹਿ ਦਿੰਦੇ ਹਾਂ, ਕਲੀਅਰ। ਸੋ ਸੇਮ ਜੇ ਅਗਰ ਆਪਾਂ ਗੱਲ ਕਰਦੇ ਹਾਂ ਲਾਈਕ ਹੁਣ ਆਹ ਸੈਕਿੰਡ ਵਾਲੇ ਕਾਰਬਨ ਦੀ, ਹੁਣ ਸੈਕਿੰਡ ਵਾਲੇ ਕਾਰਬਨ ਉੱਤੇ ਸੇਮ ਅਗਰ ਆਪਾਂ ਗੱਲ ਦੇਖਦੇ ਹਾਂ, ਹੁਣ ਆਹ ਸੈਕਿੰਡ ਕਾਰਬਨ ਕੀ ਹੈ, ਸੈਕਿੰਡ ਕਾਰਬਨ ਉੱਤੇ ਵੀ ਉੱਪਰ ਕੀ ਲੱਗਿਆ ਹੈ, CH2OH। ਜੇ ਅਗਰ ਆਪਾਂ ਇਹਨੂੰ ਕੋਲੈਬੋਰੇਟਰੀ ਦੇਖਦੇ ਹਾਂ, ਲੈਫਟ ਹੈਂਡ ਸਾਈਡ OH, ਇੱਥੇ H, ਨੀਚੇ ਕੀ ਹੈ, ਕਾਰਬਨ ਹੈ, ਲਾਈਕ ਇਨ दैट वे, ਠੀਕ ਹੈ। ਸੋ ਨੀਅਰ ਅਬਾਊਟ ਆਪਣੇ ਕੋਲ ਕੀ ਹੈ, 4 ਕਾਰਬਨ ਐਸੇ ਨੇ, ਦਿਸ 4 ਕਾਰਬਨ which are having an asymmetrical center, ਇਹਨਾਂ ਨੂੰ ਆਪਾਂ asymmetrical center ਕਹਿ ਦਿੰਦੇ ਹਾਂ, ਠੀਕ ਹੈ। ਸੋ obvious ਹੈ 2 ਦੀ ਪਾਵਰ ਹੁਣ ਕਿੰਨੀ ਹੋ ਗਈ, 4, ਕਿਉਂਕਿ ਜੇ ਅਗਰ ਆਪਾਂ ਗਲੂਕੋਜ਼ ਦੇ ਸਟਰਕਚਰ ਦੇ ਵਿੱਚੋਂ ਸਟੀਰੀਓ ਆਈਸੋਮਰ ਕੱਢਣ ਦੀ ਕੋਸ਼ਿਸ਼ ਕਰਦੇ ਹਾਂ, 2/n ਆਪਾਂ ਕੀਤਾ ਸੀ ਨਾ, 2 ਦੀ ਪਾਵਰ n ਕੀਤੀ ਸੀਗੀ। ਸੋ 2 ਦੀ ਪਾਵਰ ਕਿੰਨੀ ਹੋ ਗਈ, 4 ਹੋ ਗਈ। ਸੋ ਆਪਾਂ ਕਰ ਸਕਦੇ ਹਾਂ ਨਾ, ਇਹਨੂੰ ਮਲਟੀਪਲਾਈ ਕਰ ਸਕਦੇ ਹਾਂ, 2 into 2 4, 4 into 2 8, 8 into 2 that is equal to the 16। so near about we are having a 16 stereoisomers of the D glucose as well as the L glucose, clear। ਸੋ ਇਹ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਵਾ। ਔਰ ਹਾਂ, ਆਹ ਜਿਹੜੇ ਸਟੀਰੀਓ ਆਈਸੋਮਰਸ ਦੇ ਬਾਰੇ ਨਾ ਕਈ ਵਾਰ ਤੁਹਾਡੇ ਨੈਟ ਦੇ ਪੇਪਰ ਦੇ ਵਿੱਚ ਵੀ ਕੁਐਸਚਨ ਆਉਂਦਾ ਹੀ ਆਉਂਦਾ ਵਾ, ਵੀ ਕਿਸੇ ਦੇ ਸਟੀਰੀਓ ਆਈਸੋਮਰਸ ਨੂੰ ਆਇਡੈਂਟੀਫਾਈ ਕਰਨਾ, ਵੀ ਕਿੰਨੇ ਸਟੀਰੀਓ ਆਈਸੋਮਰਸ ਇੱਕ ਪਰਟੀਕੂਲਰ ਸ਼ੂਗਰ ਤੋਂ ਬਣਦੇ ਨੇਗੇ। ਇਹ ਚੀਜ਼ਾਂ ਧਿਆਨ ਰੱਖਿਓ। ਤਾਂ ਆਪਣਾ ਤੁਹਾਨੂੰ ਅਗਰ ਸਟਰਕਚਰ ਪਤਾ ਹੋਏਗਾ
ਸਟਰਕਚਰ ਦੇ ਨਾਲ ਤੁਹਾਨੂੰ ਇਹ ਪਤਾ ਹੋਏਗਾ ਕਿ ਇਹ ਸਿਮੈਟ੍ਰੀਕਲ ਕਾਰਬਨ ਕਿਹੜੇ ਹੁੰਦੇ ਨੇਗੇ, ਤੁਸੀਂ ਆਰਾਮ ਨਾਲ ਉਸ ਦੇ ਵਿੱਚੋਂ ਆਇਡੈਂਟੀਫਾਈ ਕਰ ਸਕਦੇ ਹੋ। ਕਲੀਅਰ? ਸੋ ਨੈਕਸਟ ਆਂਦੀ ਰਾਜੇ ਇਹਦੀ ਮੋਨੋਸੈਕਰਾਈਡ ਦੀ ਇੱਕ ਹੋਰ ਪ੍ਰੋਪਰਟੀ ਹੈ, that means they are forming the hemiacetals as well as the hemiketals. Hemiacetals means half aldehydes and hemiketals means half ketonic one. Like ਜਿਵੇਂ ਹੁਣ ਆਪਣੇ ਕੋਲ aldehyde ਨੇਗੇ, the aldehydic group when it reacts with the alcohol that will form the hemiacetals. Hemiacetals in the sense like here we are having a ROH, ਇੱਧਰ ਕੀ ਆਪਣੇ ਕੋਲ RCHO। ਹੁਣ ਇਸ ਦੇ ਵਿੱਚ ਕੀ ਹੋਏਗਾ ਕਿ ਜਿਹੜਾ ਇਹਦਾ ਆ H ਹੈ, ਇਹ ਕੀ ਹੋਏਗਾ, ਇਸ ਦੇ ਨਾਲ ਇਸ ਆਕਸੀਜਨ ਦੇ ਨਾਲ ਜਾ ਕੇ ਬਾਈਂਡ ਅਪ ਕਰ ਜਾਏਗਾ। ਕਲੀਅਰ? ਲਾਈਕ ਆ ਤਾਂ ਐਜ਼ ਇਟ ਇਜ਼ ਆਪਣੇ ਕੋਲ ਸਟਰਕਚਰ ਸੀ ਨਾ, CH ਵੀ ਉਵੇਂ ਹੀ ਹੈ, ਇੱਥੇ O ਦੀ ਜਗ੍ਹਾ ਤੇ ਇਹਦਾ ਆ H ਜਿਹੜਾ ਵਾ ਨਾਲ ਅਟੈਚ ਹੋ ਜਾਏਗਾ, ਠੀਕ ਹੈ, ਔਰ R ਤਾਂ ਆਬਵੀਅਸ ਹੈ ਨੀਚੇ ਉਵੇਂ ਹੀ ਹੈ। On the left hand side ਜਿਹੜੇ ਆ ਰਿਪਰੈਜ਼ੈਂਟ ਕੀਤੇ ਹੋਏ ਨੇਗੇ, ਇਹਦਾ ਆ ਆਕਸੀਜਨ R plus is the R, ਇਹਦੇ ਨਾਲ ਜਾ ਕੇ ਅਟੈਚ ਕਰਦੇ, ਔਰ ਜਿਹੜਾ ਆ ਸਟਰਕਚਰ ਬਣੇਗਾ that will be the hemiacetal. ਸੇਮ ਹੁਣ ਜਿਹੜੇ ਕੀਟੋਨ ਤੋਂ ਆਪਣੇ ਕੋਲ ਕਹਿ ਲਓ ਕਿ ਐਲਕੋਹਲ ਦੇ ਨਾਲ ਰਿਐਕਟ ਕਰਦੇ ਨੇਗੇ, they are basically termed to be as the hemiketals. ਉੱਥੇ ਫਰਕ ਕੀ ਹੈ ਕਿ ਇਹ ਬਣੇ ਨੇਗੇ ਕੀਟੋਨਿਕ ਗਰੁੱਪ ਤੋਂ ਔਰ ਇਹ ਬਣੇ ਆਪਣੇ ਕੋਲ ਐਲਡੀਹਾਈਡਿਕ ਤੋਂ। ਸੋ ਦੈਟਸ ਵਾਈ ਇਹਨਾਂ ਦੇ ਨਾਮ ਜਿਹੜੇ ਆ ਸਟਰਕਚਰ ਵੈਸੇ ਇੱਕੋ ਜਿਹੇ ਹੀ ਹੈ, ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈਗਾ, ਬਟ ਜਿਹੜੀ ਇਹਨਾਂ ਦੀ ਓਰੀਜੀਨੇਸ਼ਨ ਹੈ that is from the aldehyde and one is from the ketone, ਇਹ ਤੁਸੀਂ ਧਿਆਨ ਰੱਖਣੀ ਹੈ। ਇਹ ਮੇਜਰ ਪ੍ਰੋਪਰਟੀ ਹੈ ਮੋਨੋਸੈਕਰਾਈਡ ਸੀ, ਜਿਸ ਦੇ ਵਿੱਚ ਕਹਿ ਲਓ ਕਿ ਐਲਡੀਹਾਈਡਿਕ ਕਹਿ ਲਓ ਕਿ ਸ਼ੂਗਰਸ ਨੇਗੀਆਂ ਜਾਂ ਕਹਿ ਲਓ ਕਿ ਕੀਟੋਨਿਕ ਸ਼ੂਗਰਸ ਨੇਗੀਆਂ। ਸੋ ਉਹਨਾਂ ਦੀ ਇੱਕ ਪ੍ਰੋਪਰਟੀ ਹੈ ਜਦੋਂ ਉਹ ਐਲਕੋਹਲਿਕ ਗਰੁੱਪ ਦੇ ਨਾਲ ਰਿਐਕਟ ਕਰਦੇ ਨੇਗੇ ਟੂ ਫਾਰਮਿੰਗ ਦਾ ਹੈਮੀਐਸੀਟਲਸ ਐਂਡ ਹੈਮੀਕੀਟਲਸ। ਕਲੀਅਰ? ਹੁਣ ਇਸ ਦੇ ਨਾਲ ਰਾਜੇ ਆਪਣਾ ਹੁਣ ਜਿਵੇਂ ਆਪਾਂ ਗੱਲ ਕੀਤੀ ਸੀਗੀ ਫਿਸ਼ਰ ਪ੍ਰੋਜੈਕਸ਼ਨ ਹੈ ਨਾ, ਫਿਸ਼ਰ ਪ੍ਰੋਜੈਕਸ਼ਨ ਆਪਾਂ ਕਰ ਲਈ, ਫਿਸ਼ਰ ਇਨ ਦਾ ਸੈਂਸ ਜੋ ਆ ਲੀਨੀਅਰ ਫਾਰਮ ਹੈ, ਲੀਨੀਅਰ ਫਾਰਮ ਪ੍ਰੋਜੈਕਸ਼ਨ ਆਪਾਂ ਕੀਤੀ ਹੈ ਕਿ ਕਿਸ ਤਰੀਕੇ ਨਾਲ ਆਪਾਂ ਕਾਰਬਨ ਜਿਹੜੇ ਨੰਬਰ ਨੇਗੇ ਉਹ ਅਰੇਂਜ ਕਰ ਸਕਦੇ ਹਾਂ ਕਾਰਬੋਹਾਈਡਰੇਟਸ ਦੇ। ਐਂਡ ਇਹੀ ਜਿਹੜੀ ਫਿਸ਼ਰ ਪ੍ਰੋਜੈਕਸ਼ਨ ਨੂੰ ਆਪਾਂ ਇੱਕ ਸਾਈਕਲਿਕ ਵੇ ਦੇ ਵਿੱਚ ਵੀ ਕਨਵਰਟ ਕਰ ਸਕਦੇ ਹਾਂ, ਉਸ ਪ੍ਰੋਜੈਕਸ਼ਨ ਨੂੰ ਆਪਾਂ ਕਹਿੰਦੇ ਹਾਂ ਹਾਵਤ ਪ੍ਰੋਜੈਕਸ਼ਨ। ਹਾਵਤ ਪ੍ਰੋਜੈਕਸ਼ਨ ਕਹਿੰਦੇ ਆ। ਇਹ ਹੁਣ ਤੁਸੀਂ ਦੇਖ ਲੈਣਾ ਕੀ ਤੁਸੀਂ ਪ੍ਰੋਨਾਊਂਸ ਕਰਦੇ, ਮੇਰੇ ਤਾਂ ਹਾਵਤ ਹੈ, ਠੀਕ ਹੈ ਨਾ, ਇਹ ਦੇਖ ਲੈਣਾ ਤੁਸੀਂ ਕਿਵੇਂ ਪ੍ਰੋਨਾਊਂਸ ਕਰਦੇ, ਮੇਰਾ ਹਾਵਤ ਹੀ ਰਹੇਗਾ, ਆਪਣਾ ਦੇਖ ਲਿਓ, ਠੀਕ ਹੈ। ਸੋ ਜਿਹੜੀ ਸਾਈਕਲਿਕ ਵੇ ਵਾਲੀ ਫਾਰਮੇਸ਼ਨ ਹੈ ਉਸ ਦੇ ਵਿੱਚ ਕੀ ਹੋਣਾ ਰਾਜੇ ਕਿ ਜਿਹੜਾ ਲਾਈਕ ਹੇਅਰ ਆਈ ਥਿੰਕ ਇੱਥੇ ਜ਼ਿਆਦਾ ਸਮਝ ਆ ਗਿਆ, where I have placed this placed wait for एक सेकेंड, मैं किसी का डाल दिया डायग्राम placed अंकित करती है। ਸੌਰੀ ਰਾਜੇ, ਮੇਰੇ ਖਿਆਲ 'ਚ ਮੈਂ ਡਾਇਗਰਾਮ ਕਿੱਥੇ ਪਲੇਸ ਕੀਤੀ ਆ ਮੈਨੂੰ ਦਿਖ ਨਹੀਂ ਰਿਹਾ ਹੈਗਾ ਵੈਸੇ। ਚਲੋ ਐਨੀਵੇਜ਼ ਮੈਂ ਤੁਹਾਨੂੰ ਇੱਦਾਂ ਹੀ ਦੱਸ ਦਿੰਦੀ ਹਾਂ ਕਿਸ ਤਰੀਕੇ ਨਾਲ ਇਹਨਾਂ ਦੀ ਕਹਿ ਲਓ ਕਿ ਫਾਰਮੇਸ਼ਨ ਹੁੰਦੀ ਹੈ। ਲਾਈਕ ਜਿਵੇਂ ਆ ਆਪਣੇ ਕੋਲ ਲੀਨੀਅਰ ਫਾਰਮ ਹੈ ਨਾ, ਲੀਨੀਅਰ ਫਾਰਮ ਦੇ ਵਿੱਚ ਆਪਾਂ ਐਜ਼ ਇਟ ਇਜ਼ ਅਰੇਂਜ ਕੀਤੇ ਆ ਫਰੋਮ ਦ ਕਾਰਬਨ ਨੰਬਰ 1 ਟੂ ਅਪ ਟੂ 6, ਠੀਕ ਹੈ। ਹੁਣ ਜਦੋਂ ਆਪਾਂ ਹਾਵਤ ਪ੍ਰੋਜੈਕਸ਼ਨ ਕਰਦੇ ਹਾਂ ਜਾਂ ਸਾਈਕਲਿਕ ਪ੍ਰੋਜੈਕਸ਼ਨਸ ਕਰਦੇ ਹਾਂ, ਸਾਈਕਲਿਕ ਸਟਰਕਚਰ ਜਦੋਂ ਆਪਾਂ ਸ਼ੂਗਰ ਦਾ ਬਣਾਉਂਦੇ ਹਾਂ, ਇੱਕ ਚੀਜ਼ ਧਿਆਨ ਰੱਖਣਾ ਹਮੇਸ਼ਾ ਜਿਹੜਾ ਕਾਰਬਨ ਨੰਬਰ ਪਹਿਲਾ this one, this carbon number 1 as well as carbon number 5th, ਇਹ ਦੋਨੋਂ ਆਪਸ ਦੇ ਵਿੱਚ ਕਹਿ ਲਓ ਕਿ like in this way they has to be linked on to forming the lactonization reaction. Lactonization reaction ਦੇ ਵਿੱਚ ਜਾਂਦੇ ਨੇ ਜਿਸ ਤੋਂ ਬਾਅਦ further a ring like structures ਦੀ formation ਹੁੰਦੀ ਹੈ। ਇਹ ਚੀਜ਼ ਦਾ ਧਿਆਨ ਰੱਖਣਾ like